ਹੈਲੋ ਵਿਊਅਰਸ। ਸੋ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੋਵੇਗਾ ਕਿ ਅਸੀਂ BA ਦੇ ਲਈ ਸਬਜੈਕਟ ਨੂੰ ਕਿਵੇਂ ਆਪਟ ਕਰਨਾ ਹੈ, ਕਿਹੜੇ-ਕਿਹੜੇ ਸਬਜੈਕਟ ਚੂਜ਼ ਕਰਨੇ ਨੇ। ਸੋ ਜਰਨਲੀ ਜੋ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਉਹ BA ਦੇ ਵਿੱਚ ਜੋ ਸਬਜੈਕਟ ਚੂਜ਼ ਕਰਦੇ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਕਨਫਿਊਜ਼ਨ ਹੁੰਦੀ ਹੈ, ਕਿਉਂਕਿ BA ਦੇ ਵਿੱਚ ਬਹੁਤ ਸਾਰੇ ਸਬਜੈਕਟਸ ਵੱਖਰੇ-ਵੱਖਰੇ ਹੁੰਦੇ ਨੇ ਤੇ ਸਾਨੂੰ ਇਹ ਸਮਝ ਨਹੀਂ ਆਉਂਦਾ ਕਿ ਸਾਨੂੰ ਕਿਹੜੇ ਸਬਜੈਕਟ ਚੂਜ਼ ਕਰਨੇ ਚਾਹੀਦੇ ਨੇ ਤੇ ਕਿਹੜੇ ਨਹੀਂ। ਸੋ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਹੋਗੀ। ਸੋ ਬੀ ਵਿਦ ਦ ਵੀਡੀਓ ਅਪ ਟੂ ਦੀ ਐਂਡ। ਸੋ ਹੇਅਰ ਵੀ ਹੈਵ ਦ ਸਕੀਮ ਫॉर ਆਪਟਿੰਗ ਸਬਜੈਕਟਸ ਫॉर BA। ਸੋ BA ਦੇ ਲਈ ਆਪਾਂ ਕਿਹੜੇ-ਕਿਹੜੇ ਸਬਜੈਕਟ ਆਪਟ ਕਰ ਸਕਦੇ ਹਾਂ ਤੇ ਸਾਡੇ ਕਿਹੜੇ ਸਬਜੈਕਟ ਕੰਪਲਸਰੀ ਨੇ ਤੇ ਕਿਹੜੇ ਆਪਸ਼ਨਲ ਨੇ ਉਸ ਨੂੰ ਆਪਾਂ ਪਹਿਲਾਂ ਦੇਖਦੇ ਹਾਂ। ਸੋ ਜਿਵੇਂ ਕਿ ਸਾਨੂੰ ਇੱਥੇ ਦਿੱਤਾ ਗਿਆ ਹੈ, ਜੋ BA ਵਾਸਤੇ ਸਾਡੇ ਸਬਜੈਕਟ ਨੇ ਜੋ ਕਿ ਕੰਪਲਸਰੀ ਸਬਜੈਕਟ ਨੇ ਉਹ ਹਨ ਪੰਜਾਬੀ ਐਂਡ ਇੰਗਲਿਸ਼। ਤੇ ਤੀਸਰਾ ਸਬਜੈਕਟ ਹੈ এনवायरमेंट ਰੋਡ ਸੇਫਟੀ ਐਜੂਕੇਸ਼ਨ, ਵਾਇਲੈਂਸ ਅਗੇਂਸਟ ਵੀਮਨ, ਚਿਲਡਰਨ ਐਂਡ ਡਰੱਗ ਅਬਿਊਜ਼। ਸੋ ਜੋ ਪੰਜਾਬੀ ਐਂਡ ਇੰਗਲਿਸ਼ ਹੈ ਇਹ ਕੰਪਲਸਰੀ ਸਬਜੈਕਟ ਨੇ ਜੋ BA ਦੇ ਵਿੱਚ ਤਿੰਨੋਂ ਸਾਲਾਂ ਦੇ ਵਿੱਚ ਬੱਚਿਆਂ ਦੁਆਰਾ ਪੜ੍ਹੇ ਜਾਣਗੇ। ਸੋ ਕੁਝ ਬੱਚੇ ਨੇ ਜੋ ਪੰਜਾਬ ਤੋਂ ਬਾਹਰ ਦੇ ਹੁੰਦੇ ਨੇ ਤੇ ਉਹਨਾਂ ਨੇ ਪੰਜਾਬੀ ਪਹਿਲਾਂ ਨਹੀਂ ਪੜ੍ਹੀ ਹੁੰਦੀ, ਸੋ ਉਹਨਾਂ ਵਾਸਤੇ ਤੇ ਇੱਕ ਆਪਸ਼ਨ ਹੁੰਦਾ ਹੈ ਕਿ ਉਹ ਹਿਸਟਰੀ ਐਂਡ ਕਲਚਰ ਆਫ ਪੰਜਾਬ ਨੂੰ ਚੂਜ਼ ਕਰ ਸਕਦੇ ਨੇ, ਕਿਉਂਕਿ ਇਹ ਇੰਗਲਿਸ਼ ਐਂਡ ਪੰਜਾਬੀ ਦੋਨੋਂ ਮੀਡੀਅਮ ਦੇ ਵਿੱਚ ਅਵੇਲੇਬਲ ਹੈ ਅਕੋਰਡਿੰਗ ਟੂ ਦ ਚੋਇਸ ਆਫ ਦੀ ਸਟੂਡੈਂਟ। ਜੋ ਤੀਜਾ ਸਬਜੈਕਟ ਹੈ এনवायरमेंट ਰੋਡ ਸੇਫਟੀ ਐਂਡ ਐਜੂਕੇਸ਼ਨ ਦਾ, ਇਹ ਸਬਜੈਕਟ ਵੀ ਕੰਪਲਸਰੀ ਹੈ ਪਰ ਇਹ 3 ਸਾਲਾਂ ਦੇ ਵਿੱਚ ਸਾਨੂੰ ਕਲੀਅਰ ਕਰਨਾ ਹੁੰਦਾ ਹੈ ਕਿ ਮਤਲਬ ਜਦੋਂ ਸਾਡੀ ਗ੍ਰੈਜੂਏਸ਼ਨ ਚੱਲੇਗੀ ਉਹਨਾਂ 3 ਸਾਲਾਂ ਦੇ ਵਿੱਚ ਅਸੀਂ ਇਸ ਨੂੰ ਕਲੀਅਰ ਕਰਨਾ ਹੈ, ਚਾਹੇ ਫਸਟ ਈਅਰ 'ਚ ਹੋ ਜਾਵੇ ਅਗਰ ਉਦੋਂ ਨਹੀਂ ਹੋਇਆ ਤੇ ਸੈਕੰਡ ਈਅਰ, ਅਦਰਵਾइज ਇਨ ਥਰਡ ਈਅਰ, ਪਰ 3 ਸਾਲਾਂ ਵਿੱਚ ਜ਼ਰੂਰੀ ਹੈ ਸਾਨੂੰ ਕਲੀਅਰ ਕਰਨਾ। ਇਸ ਦਾ ਜੋ ਪੇਪਰ ਆਂਦਾ ਹੈ ਮਲਟੀਪਲ ਚੋਇਸ ਬੇਸਡ ਆਂਦਾ ਹੈ, ਸੋ ਇਸ ਦੀਆਂ ਵੀ ਵੀਡੀਓਜ਼ ਚੈਨਲ ਦੇ ਉੱਪਰ ਅਵੇਲੇਬਲ ਨੇ, ਤੁਸੀਂ ਜਾ ਕੇ ਦੇਖ ਸਕਦੇ ਹੋ। ਨੈਕਸਟ ਇਜ਼ ਇਲੈਕਟਿਵ ਸਬਜੈਕਟਸ ਜਾਂ ਫਿਰ ਆਪਾਂ ਕਹੀਏ ਕਿ ਆਪਸ਼ਨਲ ਜਿਹੜੇ ਸਬਜੈਕਟਸ ਨੇ। ਸੋ ਆਪਸ਼ਨਸ ਦੇ ਵਿੱਚ ਇਲੈਕਟਿਵ ਸਬਜੈਕਟ ਕਿਵੇਂ ਚੂਜ਼ ਕੀਤੇ ਜਾਂਦੇ ਨੇ? ਅ ਸਟੂਡੈਂਟ ਇਜ਼ ਰਿਕਵਾਇਰਡ ਟੂ ਟੇਕ ਅਪ ਟੂ 3 ਇਲੈਕਟਿਵ ਸਬਜੈਕਟਸ। ਸੋ ਇਹਨਾਂ 3 ਸਬਜੈਕਟਸ ਤੋਂ ਇਲਾਵਾ ਆਪਾਂ 3 ਇਲੈਕਟਿਵ ਸਬਜੈਕਟ ਚੂਜ਼ ਕਰਨੇ ਨੇ। ਸੋ ਉਹ ਕਿਸ ਤਰ੍ਹਾਂ ਚੂਜ਼ ਕਰਨੇ ਨੇ ਆਓ ਦੇਖਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਇੱਥੇ ਹਰ ਇੱਕ ਸੈੱਟ ਨੂੰ ਦੇਖਦੇ ਹਾਂ। ਜਿਵੇਂ ਕਿ ਪਹਿਲਾ ਸੈੱਟ ਹੈ ਉਸ ਵਿੱਚ ਸਾਡੇ ਕੋਲ ਇੰਗਲਿਸ਼, ਹਿੰਦੀ, ਪੰਜਾਬੀ, ਬੰਗਾਲੀ, ਉਰਦੂ, ਪਰਸੀਅਨ, ਤਮਿਲ, ਫ੍ਰੈਂਚ, ਸੋ ਸਾਰੀਆਂ ਭਾਸ਼ਾਵਾਂ ਮਤਲਬ ਲੈਂਗੁਏजेस ਦਿੱਤੀਆਂ ਗਈਆਂ ਨੇ। ਸੋ ਇਹਨਾਂ ਵਿੱਚੋਂ ਅਸੀਂ ਕੋਈ ਇੱਕ ਹੀ ਲੈਂਗੁਏਜ ਐਜ਼ ਐਨ ਇਲੈਕਟਿਵ ਸਬਜੈਕਟ ਚੂਜ਼ ਕਰ ਸਕਦੇ ਹਾਂ, ਕਿਉਂਕਿ ਉੱਪਰ ਲਿਖਿਆ ਗਿਆ ਹੈ ਸਿਲੈਕਟਿੰਗ ਨੋਟ ਮੋਰ ਦੈਨ 1 ਸਬਜੈਕਟ ਫਰੋਮ ਐਨੀ ਆਫ ਦੀ ਫੋਲੋਇੰਗ ਸੈਟ ਕੰਬੀਨੇਸ਼ਨ। ਸੋ ਆਪਾਂ ਇਹਨਾਂ ਸਭ ਦੇ ਵਿੱਚੋਂ ਸਿਰਫ ਇੱਕ ਹੀ ਸਬਜੈਕਟ ਚੂਜ਼ ਕਰ ਸਕਦੇ ਹਾਂ। ਮੰਨ ਕੇ ਚੱਲੋ ਕਿ ਅਗਰ ਆਪਾਂ ਇੱਥੋਂ ਇੰਗਲਿਸ਼ ਚੂਜ਼ ਕਰ ਲਿਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚੋਂ ਪੰਜਾਬੀ ਜਾਂ ਕੋਈ ਹੋਰ ਲੈਂਗੁਏਜ ਚੂਜ਼ ਨਹੀਂ ਕਰ ਸਕਦੇ, ਸਿਰਫ ਇੱਕ ਹੀ ਇਲੈਕਟਿਵ ਸਬਜੈਕਟ ਲੈਂਗੁਏਜ ਦੇ ਵਿੱਚ ਆਪਟ ਕਰ ਸਕਦੇ ਹਾਂ। ਸੋ ਇਨ ਟੋਟਲ ਯੂ ਕੈਨ ਚੂਜ਼ ਓਨਲੀ 3 ਸਬਜੈਕਟਸ। ਓਕੇ, ਸੋ ਮੰਨ ਕੇ ਚੱਲੋ ਕਿ ਤੁਸੀਂ ਪਹਿਲੇ ਸੈੱਟ ਦੇ ਵਿੱਚੋਂ ਪੰਜਾਬੀ ਚੂਜ਼ ਕਰ ਲਈ ਐਜ਼ ਐਨ ਯੂਅਰ ਇਲੈਕਟਿਵ ਸਬਜੈਕਟ, ਇਹ ਤੁਹਾਡੀ ਪਹਿਲੀ ਲੈਂਗੁਏਜ ਹੋਗੀ। ਕਲੀਅਰ? ਸੋ ਆਫਟਰ ਦਿਸ ਯੂ ਕੈਨ ਚੂਜ਼ ਆਈਦਰ ਯੂਅਰ ਸਬਜੈਕਟ ਫਰੋਮ ਐਨੀ ਆਫ ਦੀਜ਼ ਸੈੱਟ। ਠੀਕ ਹੈ, ਜੋ ਆਪਣੇ ਬਾਕੀ ਦੇ ਸੈੱਟ ਨੇ ਤੁਸੀਂ ਉਹਨਾਂ ਵਿੱਚੋਂ ਹੀ ਆਪਣੇ ਅਗਲੇ 2 ਸਬਜੈਕਟ ਚੂਜ਼ ਕਰੋਗੇ। ਸੋ ਮੰਨ ਕੇ ਚੱਲੋ ਕਿ ਅਗਰ ਤੁਹਾਨੂੰ ਇਕਨੋਮਿਕਸ ਪਸੰਦ ਹੈ ਤੇ ਤੁਸੀਂ ਦੂਸਰੇ ਸੈੱਟ ਦੇ ਵਿੱਚੋਂ ਇਕਨੋਮਿਕਸ ਚੂਜ਼ ਕਰ ਲਿਆ। ਠੀਕ ਹੈ, ਉਸ ਤੋਂ ਬਾਅਦ ਤੀਸਰਾ ਸਬਜੈਕਟ ਤੁਹਾਡਾ ਬਾਕੀ ਦੇ ਸੈੱਟ ਦੇ ਵਿੱਚੋਂ ਹੋਊਗਾ, ਇਸ ਸੈੱਟ ਦੇ ਵਿੱਚੋਂ ਨਹੀਂ ਹੋਊਗਾ। ਕਲੀਅਰ? ਸੋ ਬਾਕੀ ਦੇ ਜਿਹੜੇ ਬਚੇ ਸੈੱਟ ਨੇ ਉਹਨਾਂ ਵਿੱਚੋਂ ਹੀ ਤੁਸੀਂ ਆਪਣਾ ਤੀਸਰਾ ਸਬਜੈਕਟ ਚੂਜ਼ ਕਰ ਸਕਦੇ ਹੋ ਕੋਈ ਇੱਕ। ਸੋ ਪਹਿਲਾ ਸਬਜੈਕਟ ਤੁਸੀਂ ਚੂਜ਼ ਕਰ ਲਿਆ ਪੰਜਾਬੀ, ਦੂਸਰਾ ਤੁਹਾਡਾ ਹੋ ਗਿਆ ਇਕਨੋਮਿਕਸ, ਤੀਸਰਾ ਤੁਹਾਡੇ ਕੋਲ ਸਬਜੈਕਟ ਮੰਨ ਕੇ ਚੱਲੋ ਪੋਲੀਟੀਕਲ ਸਾਇੰਸ ਹੋ ਗਿਆ। ਕਲੀਅਰ? ਸੋ ਇਸ ਤਰ੍ਹਾਂ ਤੁਹਾਡੇ ਕੋਲ 3 ਸਬਜੈਕਟ ਇਲੈਕਟਿਵ ਹੋ ਜਾਣਗੇ। ਡਨ? ਸੋ ਇਸ ਦਾ ਮਤਲਬ ਹੈ ਤੁਸੀਂ ਇਹਨਾਂ ਸਭ ਸੈੱਟਾਂ ਦੇ ਵਿੱਚੋਂ 3 ਸਬਜੈਕਟ ਚੂਜ਼ ਕਰਨੇ ਨੇ, ਪਰ ਕਿਸੇ ਵੀ ਇੱਕ ਸੈੱਟ ਦੇ ਵਿੱਚੋਂ 2 ਸਬਜੈਕਟ ਚੂਜ਼ ਨਹੀਂ ਕਰਨੇ ਐਜ਼ ਐਨ ਇਲੈਕਟਿਵ ਸਬਜੈਕਟ। ਓਕੇ, ਸੋ ਦਿਸ ਇਜ਼ ਆਵਰ ਮੈਥਡ ਟੂ ਚੂਜ਼ ਦਾ ਸਬਜੈਕਟ। ਬਟ ਇਸ ਤਰ੍ਹਾਂ ਬੱਚੇ ਚੂਜ਼ ਤਾਂ ਕਰ ਲੈਂਦੇ ਨੇ, ਪਰ ਆਪਾਂ ਨੂੰ ਇਹ ਵੀ ਦੇਖਣਾ ਪਵੇਗਾ ਕਿ ਜਿਹੜੇ ਸਬਜੈਕਟ ਬੱਚਿਆਂ ਨੇ ਚੂਜ਼ ਕੀਤੇ ਨੇ 3 ਸਾਲ ਬਾਅਦ ਉਹਨਾਂ ਸਬਜੈਕਟਸ ਦਾ ਬੱਚਿਆਂ ਨੂੰ ਫਾਇਦਾ ਕੀ ਹੋਵੇਗਾ। ਮੀਨਸ ਉਹ ਕਿਹੜੀ ਜੋਬ ਦੇ ਵਿੱਚ ਜਾ ਸਕਦੇ ਨੇ ਜਾਂ ਕਿਹੜੀ ਸਟਰੀਮ ਨੂੰ ਆਪਟ ਕਰ ਸਕਦੇ ਨੇ। ਸੋ ਕੋਈ ਵੀ ਸਬਜੈਕਟ ਚੁਣਨ ਤੋਂ ਪਹਿਲਾਂ ਤੁਹਾਨੂੰ ਇਹ ਖਿਆਲ ਰੱਖਣਾ ਹੈ ਕਿ ਤੁਹਾਡੇ ਆਉਣ ਵਾਲਾ ਟਾਈਮ ਉਸ ਸਬਜੈਕਟ ਦੇ ਲਈ ਲਾਹੇਵੰਦ ਹੋਵੇ। ਸੋ ਹੁਣ ਆਪਾਂ ਆ ਜਾਂਦੇ ਹਾਂ ਕਿ ਸਾਨੂੰ ਕਿਹੜੇ ਸਬਜੈਕਟ ਚੂਜ਼ ਕਰਨੇ ਚਾਹੀਦੇ ਨੇ। ਸੋ ਆਪਾਂ ਨੂੰ ਉਹ ਹੀ ਸਬਜੈਕਟ ਚੂਜ਼ ਕਰਨੇ ਨੇ ਜਿਨ੍ਹਾਂ ਦਾ ਸਾਡੇ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਸਾਨੂੰ ਫਾਇਦਾ ਹੋਵੇ, ਕਿਉਂਕਿ ਅਗਰ ਅਸੀਂ ਜਸਟ ਇਲੈਕਟਿਵ ਸਬਜੈਕਟਸ ਇਹੋ ਜਿਹੇ ਚੂਜ਼ ਕਰ ਲਈਏ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਕੋਈ ਵੀ ਸਕਿੱਲ ਨਾ ਦੇ ਕੇ ਜਾਣ ਜਾਂ ਸਾਨੂੰ ਕੋਈ ਵੀ ਇੱਕ ਖਾਸ ਫੀਲਡ ਦਾ ਰਾਹ ਨਾ ਦਿਖਾ ਕੇ ਜਾਣ ਤੇ ਉਹ ਸਬਜੈਕਟ ਦੇ ਵਿੱਚ BA ਕੀਤੀ ਦਾ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ। ਸੋ ਸਾਨੂੰ ਸਬਜੈਕਟ ਕਿਵੇਂ ਚੂਜ਼ ਕਰਨੇ ਨੇ ਅਸੀਂ ਉਸ ਵੱਲ ਥੋੜਾ ਜਿਹਾ ਧਿਆਨ ਦਿੰਦੇ ਹਾਂ। ਸੋ ਸਭ ਤੋਂ ਪਹਿਲੀ ਚੀਜ਼ ਜ਼ਰੂਰੀ ਹੈ ਕਿ ਤੁਹਾਡੇ ਕੋਲ ਇੱਕ ਪ੍ਰੈਕਟੀਕਲ ਸਬਜੈਕਟ ਹੋਣਾ ਬਹੁਤ ਜ਼ਰੂਰੀ ਹੈ। ਹੁਣ ਪ੍ਰੈਕਟੀਕਲ ਸਬਜੈਕਟ ਦੇ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ-ਕਿਹੜੇ ਸਬਜੈਕਟ ਪ੍ਰੈਕਟੀਕਲ ਸਬਜੈਕਟ ਨੇ। ਸੋ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਕਿ ਜੋ ਫਿਜ਼ੀਕਲ ਐਜੂਕੇਸ਼ਨ ਹੈ ਇਹ ਇੱਕ ਪ੍ਰੈਕਟੀਕਲ ਸਬਜੈਕਟ ਹੈ। ਉਸ ਤੋਂ ਬਾਅਦ ਜੋ ਮਿਊਜ਼ਿਕ ਹੈ, ਮਿਊਜ਼ਿਕ ਵੀ ਸਾਡੇ ਕੋਲ ਪ੍ਰੈਕਟੀਕਲ ਸਬਜੈਕਟ ਹੈ। ਸੋ ਮਿਊਜ਼ਿਕ ਇੱਥੇ 3 ਤਰ੍ਹਾਂ ਦਾ ਹੈ, ਮਿਊਜ਼ੀਕਲ ਇੰਸਟਰੂਮੈਂਟਲ, ਮਿਊਜ਼ਿਕ ਤਬਲਾ ਜਾਂ ਫਿਰ ਜਿਹੜਾ ਵੋਕਲ ਮਿਊਜ਼ਿਕ ਹੁੰਦਾ ਹੈ। ਉਸ ਤੋਂ ਬਾਅਦ ਸਾਡੇ ਕੋਲ ਜੋ ਹੋਮ ਸਾਇੰਸ ਹੈ ਉਹ ਵੀ ਸਾਡਾ ਇੱਕ ਪ੍ਰੈਕਟੀਕਲ ਸਬਜੈਕਟ ਹੈ। ਨੈਕਸਟ ਵੀ ਹੈਵ ਕੰਪਿਊਟਰ ਸਾਇੰਸ, ਦੈਨ ਵੀ ਹੈਵ ਐਗਰੀਕਲਚਰ।
So agriculture is also practical subject. Then we have adult education. So adult education है जो वो भी एक practical subject है. Then we have fine arts भी अपने कोल practical subject है. Then defense and strategical studies. So defense and strategical studies ये भी practical subject है. Psychology ये भी एक practical subject है. Then साढ़े कोल है journalism and mass communication ये भी practical subject है. Environment conservation ये भी साढ़ा practical subject है. And statistics ये भी साढ़ा एक practical subject है. So जिन्ने भी साढ़े इत्थे subjects मैं circle कीते ने ये सारे साढ़े कोल practical subjects ने. So तुसी ये ख्याल रखना है कि जो तुहाडे 3 subjects ने elective उन्हां विचों एक practical subject होना बहुत जरूरी है. Then इस तो बाद असी चूज करनी है कोई लैंग्वेज. सो इत्थे साडे कोल इंग्लिश, हिंदी ते पंजाबी 3 इलैक्टिव लैंग्वेज ने साडे पंजाब यूनीवर्सिटी दे विच जो मेन ने. क्लीयर. सो इंग्लिश, हिंदी, पंजाबी दे विचों तुसी कोई भी एक ऑप्ट कर सकते हो जिहड़ा तुहानूं अगे जाके फायदा देऊगा. सो ये तुहाडा एक इलैक्टिव सबजैक्ट हो गया लैंग्वेज दा. डन. ते तीसरा कोई भी सबजैक्ट तुसी एज पर योर कन्वीनियंस चूज कर सकते हो कि जिहड़ा तुहाडे उस कॉलेज दे विच अवेलेबल होवे. लाइक वो कोई भी हो सकता है, जिवें नॉर्मली पोलीटिकल साइंस भी हो सकता है, पब्लिक एडमिनिस्ट्रेशन का भी हो सकता है, क्योंकि जिन्हों ने पुलिस लाइन दे विच जाना हुंदा है उन्हां वास्ते पब्लिक एडमिनिस्ट्रेशन का जो सबजैक्ट है वो काफ़ी इंपोर्टेंट है. डन. सो ये भी हो सकता है. फिलोसफी का सबजैक्ट हो सकता है. क्लीयर. तुसी सोशियोलॉजी रख सकते हो. ये तुहाडे कोल मेन सबजैक्ट्स हो जाते हैं जिहड़ा तुसी थर्ड सबजैक्ट एज एन इलैक्टिव सबजैक्ट लै सकते हो. सो इस तरह तुसी अपने सबजैक्ट चूज करने ने. सो ये साडे कोल एक जनरल क्राइटेरिया सी कि सानू किस तरह सारे सबजैक्ट चूज करने चाहिए ने. एक बार दोबारा डिस्कस कर लैने हाँ. सो तुसी एक प्रैक्टिकल सबजैक्ट चूज करना है. उस तो बाद तुसी एक सबजैक्ट लैंग्वेज दे विचों चूज करना है. ते तीसरा सबजैक्ट तुसी अपनी चॉइस के अकॉर्डिंग कोई भी चूज कर सकते हो. ਤੇ ਲਾਸਟ ਦੇ ਵਿੱਚ ਜਿਨ੍ਹਾਂ ਨੇ ਮੈਥਮੈਟਿਕਸ ਆਪਟ ਕੀਤਾ ਹੈ ਉਹ ਮੈਥਮੈਟਿਕਸ, ਪੰਜਾਬੀ, ਇੰਗਲਿਸ਼ ਜਾਂ ਹਿੰਦੀ ਦੇ ਵਿੱਚੋਂ ਕੋਈ ਵੀ ਇੱਕ ਲੈਂਗੁਏਜ ਅਤੇ ਤੀਸਰਾ ਕੋਈ ਹੋਰ ਸਬਜੈਕਟ ਚੂਜ਼ ਕਰ ਸਕਦਾ ਹੈ ਜਿਹੜਾ ਉਹਨੂੰ ਆਸਾਨ ਲੱਗਦਾ ਹੋਵੇ ਤੇ ਜਿਹਦੇ ਵਿੱਚ ਉਹਦਾ ਇੰਟਰਸਟ ਹੋਵੇ. ਸੋ ਦਿਸ ਇਜ਼ ਫॉर ਟੂਡੇ. ਆਈ ਹੋਪ ਦਿਸ ਵੀਡੀਓ ਵਿਲ ਹੈਲਪ ਯੂ. ਥੈਂਕ ਯੂ.